ਜਾਂ ਕੁਛ ਕਾਲਰ ਆਪਣੇ ਨਾਲ ਜੁੜ ਰਹੇ, ਆਪਾਂ ਉਹਨਾਂ ਨਾਲ ਗੱਲ ਕਰਦੇ ਆ। ਤੇ ਤੁਸੀਂ ਵੀ ਇਸ ਉੱਤੇ ਕਾਲ ਕਰ ਸਕਦੇ ਹੋ 408 272 52 100 ਦੇ ਉੱਤੇ। ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਈ ਆਪਾਂ ELD ਦੀ ਗੱਲ ਕਰਦੇ ਸੀ, ਤੇ ਹੁਣ ਜਿੱਦਾਂ DOT ਲੱਗੀ ਆ 3 ਦਿਨ, ਤੇ DOT ਲੱਗੇ ਹੋਣ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਛੁੱਟੀਆਂ ਕੀਤੀਆਂ ਹੈਗੀਆਂ। ਤੇ ਪਹਿਲਾਂ ਤਾਂ ਮੈਂ ਉਹਨਾਂ ਦਾ ਥੈਂਕ ਯੂ ਕਰਦਾ ਜਿਨ੍ਹਾਂ ਨੇ ਛੁੱਟੀਆਂ ਕੀਤੀਆਂ, ਤੇ ਦੂਜਾ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਛੁੱਟੀਆਂ ਕੀਤੀਆਂ ਤੇ ਉਹ ELD ਫੜਨ ਦੇ ਡਰ ਤੋਂ ਹੁਣ ਛੁੱਟੀਆਂ ਕਿਉਂ ਕੀਤੀਆਂ ਉਹਨਾਂ ਨੇ। ਤੇ ਇਹਦਾ ਅਸਰ ਜਿਹੜਾ ਆ ਉਹ ਸਪੌਟ ਮਾਰਕੀਟ ਤੇ, ਤੁਸੀਂ ਕੈਲੀਫੋਰਨੀਆ ਆਊਟਬਾਊਂਡ ਜਿਹੜੇ ਰੇਟ ਆ ਦੇਖੇ ਆ 1.5 ਟਾਈਮ ਜੰਪ ਕੀਤੇ ਆ ਇਸ ਵੀਕ। ਤੇ ਮੈਂ ਉਮੀਦ ਕਰਦਾ ਕਿ ਇਸ ਚੀਜ਼ ਤੋਂ ਉਹਨਾਂ ਲੋਕਾਂ ਨੂੰ ਥੋੜੀ ਬਹੁਤ ਅਕਲ ਆਏ ਕਿ ਜੇ ਮਾਈਲੇਜ ਘਟੂਗੀ ਟਰੱਕਾਂ ਦੀ, ਪ੍ਰਾਈਸਿਸ ਉੱਤੇ ਜਾਣੇ ਆ। ਜੇ ਲੀਗਲ ਚੱਲੂਗੇ ਤਾਂ ਕੰਮ ਦੀ ਸ਼ਾਰਟੇਜ ਨਹੀਂ ਆ, ਪਰ ਜੇ ਤੁਸੀਂ ਨੱਠੇ ਰਹਿਣਾ ਤਾਂ ਤੁਸੀਂ ਇਸੇ ਤਰ੍ਹਾਂ ਆਪਣੇ ਆਪ ਨੂੰ ਵੀ ਕਿਲ ਕਰਨਾ। ਥੈਂਕ ਯੂ ਜੀ। ਥੈਂਕ ਯੂ, ਮਿਹਰਬਾਨੀ। ਬਿਲਕੁਲ ਜੀ, ਇਹ ਬਿਲਕੁਲ ਸਹੀ ਐਨਾਲੋਜੀ ਆ ਵੀ ਤੁਸੀਂ ਆਪ ਹਿਸਾਬ ਲਾ ਲਓ ਵੀ ਜੇ ਇੰਨੇ ਕੁ ਟਰੱਕ ਜਿਹੜੇ ਲੀਗਲ ਚੱਲਣ ਲੱਗ ਜਾਣ, ਆਪਣੀ ਲੀਗਲ ਲੌਗ ਬੁੱਕ ਚਲਾਉਣ ਲੱਗ ਜਾਣ, ਸਾਰਾ ਕੁਝ ਲੀਗਲ ਕਰਨ ਲੱਗ ਜਾਣ, ਤਾਂ ਡੈਫੀਨੇਟਲੀ ਰੇਟਾਂ ਤੇ ਮਹੀਨੇ ਦੇ ਅੰਦਰ ਮਤਲਬ ਆਹ ਤਾਂ ਸਿਰਫ 2-3 ਦਿਨਾਂ 'ਚ ਅਸਰ ਤੁਸੀਂ ਦੇਖਿਆ, ਪਰ ਮਹੀਨੇ ਦੇ ਅੰਦਰ ਜਿਹੜੇ ਰੇਟਸ ਆ ਉਹ ਵੀ ਠੀਕ ਹੋ ਸਕਦੇ ਆ। ਮਹੀਨੇ ਦੇ ਅੰਦਰ ਜਿਹੜੇ ਆ ਲੋਕੀ ਆ ਐਟਲੀਸਟ ਸਰਵਾਈਵਲ ਮੋਡ ਜ਼ਰੂਰ ਆ ਜਾਣਗੇ, ਸਰਵਾਈਵ ਜ਼ਰੂਰ ਕਰ ਜਾਣਗੇ। ਪਰ ਜਿਹੜਾ ਆਹ ਹਾਲਾਤ ਆ ਇਹਦੇ ਵਿੱਚ ਬਹੁਤ ਮੁਸ਼ਕਿਲ ਆ ਸਰਵਾਈਵ ਕਰਨਾ। ਜੀ ਜੀ। ਅਗਲੇ ਕਾਲਰ ਨੇ ਜਿਮੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਇਹੀ ELD ਦੀ ਗੱਲ ਕਰਦੇ ਸੀਗੇ ਆਪਾਂ। ਦੇਖੋ ਪਹਿਲਾਂ ਲਾਇਸੈਂਸ ਵੀ ਇੱਥੇ ਹੀ ਦਿੰਦੇ ਸੀਗੇ ਕਿ ਹਾਂ ਸੈਲਫ ਸਰਟੀਫਾਈਡ ਲਾਇਸੈਂਸ ਦੇਤਾ, ਜਿਹੜੇ ਟ੍ਰੇਨਿੰਗ ਦਿੰਦੇ ਸੀ ਉਹ ਵੀ ਲਾਇਸੈਂਸ ਦੇ ਦਿੰਦੇ ਸੀਗੇ। ਹੁਣ ਵੀ ਇਹੀ ਸੇਮ ਇਸ਼ੂ ਆ ਸੈਲਫ ELD ਦਾ। ਸੈਲਫ ਸਰਟੀਫਾਈਡ ਹੋਣ ਕਰਕੇ ਫਿਰ ਉਹਦੇ ਵਿੱਚ ਕੋਈ ਉਹ ਨੱਸ ਨਹੀਂ ਪਾਉਂਦੀ ਗੌਰਮੈਂਟ ਵੀ, ਹੈ ਨਾ। ਤੇ ਹੁਣ ਚਾਹੀਦਾ ਤਾਂ ਫਿਰ ਗੌਰਮੈਂਟ ਨੂੰ ਵੀ ਜੋ ਪਹਿਲਾਂ ਲਾਇਸੈਂਸ ਦੇ ਨਾਲ ਕੀਤਾ ਸੀਗਾ ਤੇ ਹੁਣ ELD 'ਤੇ ਵੀ ਉਹੀ ਕਰੇ। ਕੈਨੇਡਾ ਦੇ ਵਿੱਚ ਸੈਲਫ ਸਰਟੀਫਾਈਡ ਨਹੀਂ ਹੈਗੀ, ਤੇ ਉਹੀ 5-6 ਕੰਪਨੀਆਂ ਨੇ ਤੇ ਉਹੀ ਅਪਰੂਵ ਕੈਨੇਡਾ ਦੀ ਗੌਰਮੈਂਟ ਕਰਦੀ ਹੈ ਤੇ ਉਹੀ ਚੱਲਦੀਆਂ ਨੇ, ਤੇ ਉਹ ਇੱਦਾਂ ਦਾ ਕੋਈ ਗਲਤ ਕੰਮ ਕਰਦੀਆਂ ਨਹੀਂ। ਫਿਰ ਉਹੀ ਕੰਮ ਇਹ USA ਵਾਲੇ ਕਿਉਂ ਨਹੀਂ ਕਰ ਲੈਂਦੇ? ਹਰ ਵਕਤ ਇਹ ਹੁੰਦੇ ਤੇ ਇਸ ਕੰਮ ਦੇ ਪਿੱਛੇ ਇਹ ਕਾਹਦੇ ਪਿੱਛੇ ਹੋਏ ਨੇ? ਥੈਂਕ ਯੂ ਜੀ, ਮਿਹਰਬਾਨੀ। ਇਹ ਹੋ ਜਾਣਾ ਤੇ ਫਿਰ ਜਦੋਂ ਹੋਇਆ ਫਿਰ ਕਹਿਣਾ ਰੈਗੂਲੇਸ਼ਨਾਂ ਬਹੁਤ ਆ, ਫਿਰ ਆਪਾਂ ਕਿਸੇ ਪਾਸੇ ਥੋੜੀ ਜੀਣ ਦਿੰਦੇ ਆ ਉਹਨਾਂ ਨੂੰ ਵੀ। ਉਹ ਕਰੋਨਾ ਦੇ ਦੌਰਾਨ ਨੋਇੰਗਲੀ ਉਹਨੇ ਲੀਨੀਅੰਟ ਰੱਖਿਆ ਸੀ ਕਿਉਂਕਿ ਉਸ ਟਾਈਮ ਦੇ ਉੱਤੇ ਡਿਮਾਂਡ ਬਹੁਤ ਸੀ। ਸੋ ਅਲਟੀਮੇਟਲੀ ਉਹਨੇ ਹੋਣਾ ਹੀ ਆ ਸਟੇਟ। ਜੀ ਜੀ ਰਮਨ ਜੀ। ਜੀ ਬਿਲਕੁਲ। ਇਸ ਵੇਲੇ ਜਿਹੜੀ FMCSA ਦੀ ਆਵਰ ਆਫ ਸਰਵਿਸ ਵਾਇਲੇਸ਼ਨ ਰਿਪੋਰਟ ਆਈ ਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ 2020 ਦੇ ਵਿੱਚ ਲੇਟ 2020 ਦੇ ਵਿੱਚ ਜਿਹੜੀਆਂ ਫਲੈਕਸੀਬਿਲਿਟੀਜ਼ ਦਿੱਤੀਆਂ ਗਈਆਂ ਸੀਗੀਆਂ ਟਰੱਕ ਡਰਾਈਵਰਸ ਨੂੰ, ਉਹਨਾਂ ਨੇ ਆਵਰਸ ਆਫ ਸਰਵਿਸ ਵਾਇਲੇਸ਼ਨ ਜਿਹੜੀ ਸਿਗਨੀਫਿਕੈਂਟਲੀ ਹਾਇਰ ਕਰ ਦਿੱਤੀ ਹੈਗੀ ਆ। ਸੋ ਜਿਹੜੇ ਹਿਸਾਬ ਕਿਤਾਬ ਨਾਲ ਗੱਲ ਚੱਲ ਰਹੀ ਹੈਗੀ ਆ, ਇਹ ਮੰਗ ਵੀ ਪਹਿਲਾਂ ਉੱਠੀ ਸੀਗੀ, ਜਿਹੜੀ ਸੇਫਟੀ ਅਲਾਇੰਸ ਵਾਲੇ ਹੈਗੇ ਆ ਉਹਨਾਂ ਵੱਲੋਂ ਇਹ ਮੰਗ ਵੀ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਆਵਰਸ ਆਫ ਸਰਵਿਸ ਜਿਹੜੀਆਂ ਅਮੈਂਡਮੈਂਟ ਕੀਤੀਆਂ ਗਈਆਂ ਉਹ ਵਾਪਸ ਲਈਆਂ ਜਾਣ, ਜਿਹਦੇ ਵਿੱਚ ਕਿ ਜਿਹੜੀ 2 ਘੰਟੇ ਦਾ ਟਾਈਮ ਸੀਗਾ, ਜਿਹੜੀ ਹਾਫ ਐਨ ਆਵਰ ਦੀ ਬ੍ਰੇਕ ਸੀ, ਕਈ ਚੀਜ਼ਾਂ ਸੀ ਜਿਹਨਾਂ ਦੇ ਉੱਤੇ ਰਿਲੈਕਸ ਕੀਤਾ ਗਿਆ ਸੀਗਾ ਕਿ ਉਹਦੇ ਵਿੱਚ ਤੁਹਾਨੂੰ ਜਿਹੜੀ ਆ ਉਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਰਿਲੈਕਸ ਕੀਤੀਆਂ ਗਈਆਂ ਸੀਗੀਆਂ। ਪਰ ਇਹ ਹੁਣ ਰਿਪੋਰਟ ਆ ਰਹੀ ਹੈ ਕਿ ਉਹਨਾਂ ਰਿਲੈਕਸੇਸ਼ਨ ਕਰਕੇ, ਉਹਨਾਂ ਛੋਟਾਂ ਕਰਕੇ ਜਿਹੜੀ ਆ ਇਹ ਕ੍ਰੈਸ਼ ਰੇਟਿੰਗ ਜਿਹੜੀ ਆ ਆਵਰਸ ਆਫ ਸਰਵਿਸ ਦੀ ਜਿਹੜੀਆਂ ਵਾਇਲੇਸ਼ਨਸ ਆ ਉਹ ਬਹੁਤ ਜ਼ਿਆਦੀਆਂ ਉੱਪਰ ਚਲੇ ਗਈਆਂ। ਸੋ ਜਿਸ ਹਿਸਾਬ ਨਾਲ ਗੱਲਬਾਤ ਚੱਲ ਰਹੀ ਆ, ਮੇਰੇ ਖਿਆਲ ਦੇ ਵਿੱਚ ਇਹ ਪੁਸ਼ ਜਲਦੀ ਆਉਣ ਵਾਲਾ ਹੈ ਕਿ ਜਿਹੜੀਆਂ ਇਹ ਜਿਹੜੀਆਂ ਛੋਟਾਂ ਦਿੱਤੀਆਂ ਗਈਆਂ ਜਿਹੜੀਆਂ ਬੰਦ ਹੋਣ, ਜਿਹੜੀਆਂ ਦਿੱਤੀਆਂ ਗਈਆਂ ਸੀਗੀਆਂ 4 ਜਿਹੜੀਆਂ ਐਗਜ਼ੈਂਪਸ਼ਨ ਉਸ ਵੇਲੇ ਦਿੱਤੀਆਂ ਗਈਆਂ ਸੀਗੀਆਂ, ਉਹਨਾਂ ਨੂੰ ਰਿਵਰਸ ਕੀਤਾ ਜਾ ਸਕਦਾ। ਸੋ ਇਹ ਜਿਹੜੀ ਗੱਲ ਹੁਣੇ ਕਹਿ ਕੇ ਗਏ ਆ, ਇਹ ਡੈਫੀਨੇਟਲੀ ਇਹ ਚੀਜ਼ ਜਿਹੜੀ ਆ ਕਿ ਤੁਸੀਂ ਇਹ ਆਪਾਂ ਇਹ ਨਹੀਂ ਕਹਿ ਸਕਦੇ ਠੀਕ ਹੈ FMCSA ਸਲੋ ਕੰਮ ਕਰਦੀ ਆ, ਏਜੰਸੀਜ਼ ਆ ਸਲੋ ਕੰਮ ਕਰਦੀਆਂ, ਪਰ ਡੈਫੀਨੇਟਲੀ ਉਹਨਾਂ ਦਾ ਧਿਆਨ ਇੱਧਰ ਹੈਗਾ ਔਰ ਚਾਂਸਸ ਹੈਗੇ ਆ ਕਿ ਜਿਹੜੀਆਂ ਲੀਨੀਅੰਸੀ ਜਿਹੜੀ ਦਿੱਤੀ ਗਈ ਸੀ ਉਹ ਰਿਵਰਸ ਕੀਤੀ ਜਾ ਸਕਦੀ ਹੈ। ਜੀ ਜੀ। ਆਪਣੇ ਅਗਲੇ ਕਾਲਰ ਨੇ ਜਗਰੂਪ ਜੀ। ਜੀ ਹਰਜੋਤ ਜੀ, ਪਹਿਲਾਂ ਤੁਸੀਂ ਕਹਿ ਲਿਓ ਜੀ। ਹਰਭੁਪਿੰਦਰ ਸਿੰਘ ਹੁਣੀ ਕਮੈਂਟ ਪਾਇਆ ਵੀ ਜਿਹੜੇ ਸੋਲੋ ਡਰਾਈਵਰ 2-2 ਆਈਡੀਆਂ ਚਲਾਉਂਦੇ ਆ, ਉਹਨਾਂ ਦੀ ਨੀਂਦ ਨਹੀਂ ਪੂਰੀ ਹੁੰਦੀ ਤੇ ਦੂਜਿਆਂ ਦੀ ਜ਼ਿੰਦਗੀ ਜੀ ਖਤਰੇ 'ਚ ਪਾਉਂਦੇ ਆ।
ਆਪਾਂ ਨੂੰ ਪਤਾ ਹੀ ਆ 3 ਹਫ਼ਤੇ ਪਹਿਲਾਂ ਇੱਕ ਪੰਜਾਬੀ ਆਪਣੇ ਮੁੰਡੇ ਦਾ ਨੌਜਵਾਨ ਦਾ ਐਕਸੀਡੈਂਟ ਹੋ ਗਿਆ ਸੀ ਐਰੀਜ਼ੋਨਾ ਦੇ ਵਿੱਚ, ਹਨਾ, ਪੂਰਾ ਟਰੱਕ ਸਣੇ ਉਹ ਵੀ ਸੜ ਗਿਆ ਸੀ। ਸੋ ਇੱਕ ਨਹੀਂ ਹੈ, ਆਪਾਂ ਤਾਂ ਜਦ ਦਾ ਰੇਡੀਓ ਸ਼ੁਰੂ ਹੋਇਆ ਮੈਨੂੰ ਲੱਗਦਾ 16-17 ਤਾਂ ਮੈਨੂੰ ਯਾਦ ਆ ਜਿਹੜੇ ਬਿਲਕੁਲ ਨੌਜਵਾਨ ਮੁੰਡੇ ਜਿਹੜੇ 25 ਤੋਂ 30 ਸਾਲ ਦੀ ਉਮਰ ਦੇ ਸੀ ਐਕਸੀਡੈਂਟ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈਗੀ ਆ, ਹਨਾ। ਸੋ ਇਹ ਬਹੁਤ ਆਪਣੇ ਆਪ ਨੂੰ ਵੀ ਰਿਸਕ ਦੇ ਵਿੱਚ ਪਾਉਣਾ ਆ ਤੇ ਹੋਰ ਵੀ ਜੋ ਹਾਈਵੇ ਤੇ ਜਾ ਰਹੇ ਉਹਨਾਂ ਨੂੰ ਵੀ ਰਿਸਕ ਤੇ ਪਾਉਣਾ। ਜੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਜੀ। ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ। ਜੀ ਹਰਜੋਤ ਸਿੰਘ ਜੀ, ਤੁਸੀਂ ਪਹਿਲਾਂ ਵੀ ਜ਼ਿਕਰ ਐਕਸੀਡੈਂਟ ਦਾ ਕੀਤਾ ਵੀ ਲੌਗ ਬੁੱਕ ਜਦੋਂ ਆਪਾਂ ਡਬਲ ਚਲਾਉਂਦੇ ਹਾਂ, ਤੇ ਹੁਣ ਲਾਸਟ ਐਂਡ ਤੇ ਵੀ ਤੁਸੀਂ ਇਹੀ ਹਰਜੋਤ ਵੀਰ ਦੀ ਗੱਲ ਕਰਕੇ ਗਏ ਹੋ। ਜਦੋਂ ਲੌਗ ਬੁੱਕਾਂ ਦੀ ਗੱਲ ਚੱਲਦੀ ਸੀ ਸਟਾਕਟਨ ਦੀ ਪਹਿਲੀ ਮੀਟਿੰਗ ਦੇ ਵਿੱਚ ਆਹੀ ਇਸ਼ੂ ਸੀ। ਜ਼ਿਆਦਾਤਰ ਮੁੰਡੇ ਜਿਹੜੇ ਜੰਗ ਸੀ ਜੀ, ਅਸੀਂ ਲੌਗ ਬੁੱਕਾਂ ਲੱਗਣ ਨਹੀਂ ਦੇਣੀਆਂ। ਤੇ ਉੱਥੇ ਜਿਹੜੀ ਮੇਰੀ ਪਹਿਲਾਂ ਮੈਂ ਸਟਾਰਟਿੰਗ ਕਰੀ ਸੀ ਵੀ ਦੇਖੋ ਗੌਰਮੈਂਟ ਦੀ ਰਿਸਪੌਂਸਿਬਿਲਿਟੀ ਆ, ਰੋਜ਼ ਹਜ਼ਾਰਾਂ ਬੰਦਾ ਐਕਸੀਡੈਂਟ ਦੇ ਵਿੱਚ ਮਰ ਰਿਹਾ। ਅਸੀਂ ਨਾ ਜਦੋਂ ਹਾਈਵੇ 80 ਤੇ ਮੈਂ ਬਹੁਤ ਘੱਟ ਗਿਆ, ਉੱਥੇ ਨਬਰਾਸਕਾ ਦੇ ਵਿੱਚ ਪੂਰੇ ਸਾਲ ਦਾ ਦਸੰਬਰ ਦੇ ਵਿੱਚ ਜਾ ਕੇ ਉਹ ਲਾ ਦਿੰਦੇ ਹੁੰਦੇ ਆ ਵੀ ਇਕੱਲੇ ਹਾਈਵੇ 80 ਤੇ ਇੰਨੇ ਹਜ਼ਾਰ ਬੰਦਾ ਇਕੱਲੇ 80 ਤੇ ਰੋਡ ਤੇ ਮਰ ਗਿਆ। ਉਸ ਟਾਈਮ ਵੀ 12-15 ਹਜ਼ਾਰ ਦੀ ਉਹ ਆਉਂਦੀ ਹੁੰਦੀ ਸੀ ਗਿਣਤੀ, ਇਕੱਲੇ ਹਾਈਵੇ 80 ਤੇ ਇੱਕ ਸਾਲ 'ਚ ਮਰਨ ਵਾਲਿਆਂ ਦੀ ਗਿਣਤੀ ਇੱਕ ਸਟੇਟ ਦੇ ਵਿੱਚ। ਸੋ ਕਹਿਣ ਤੋਂ ਭਾਵ ਇਹ ਆ ਵੀ ਰੋਡ ਐਕਸੀਡੈਂਟ ਤੇ ਲੋਕੀ ਮਰਦੇ ਬਹੁਤ ਨੇ, ਤੇ ਗੌਰਮੈਂਟ ਨੇ ਕੁਝ ਕਾਨੂੰਨ ਇਹੋ ਜਿਹੇ ਬਣਾਉਣੇ ਹੁੰਦੇ ਆ, ਕਾਰਨ ਲੱਭਣੇ ਹੁੰਦੇ ਆ। ਪਰ ਜਦੋਂ ਲੌਗ ਬੁੱਕ ਆ ਗਈ, ਸਾਨੂੰ ਉਹਨਾਂ ਕਾਰਨਾਂ ਤੋਂ ਤਕਲੀਫ ਨਹੀਂ ਹੋਣੀ ਚਾਹੀਦੀ। ਸਾਨੂੰ ਜਿਹੜੀਆਂ ਸਾਡੀਆਂ ਪ੍ਰੋਬਲਮਾਂ ਨੇ, ਮੈਨੂੰ ਇਹ ਲੱਗਦਾ ਸੀ ਉਸ ਟਾਈਮ ਵੀ ਲੌਗ ਬੁੱਕ ਨਾਲ ਰੇਟ ਵਧਣਗੇ, ਸਾਡੀ ਲਾਈਫ ਸੌਖੀ ਹੋ ਜੂਗੀ। ਸੌਖੀ ਕਿਵੇਂ ਹੋ ਜੂ? ਖੜਦਾ ਹੀ ਨਹੀਂ ਕੋਈ, ਅਸੀਂ ਖਾਣ ਲੱਗ ਜਾਂਗੇ। ਤੁਸੀਂ ਆਮ ਇਹ ਚੀਜ਼ਾਂ ਸੁਣੀਆਂ ਨੇ, ਰਮਨ ਭਾਜੀ ਵੀ ਬਹੁਤ ਵਾਰੀ ਇਹ ਗੱਲ ਕਹਿ ਚੁੱਕੇ ਆ ਵੀ ਜਦੋਂ ਲੌਗ ਬੁੱਕਾਂ ਲੱਗੀਆਂ ਕੁਝ ਮਹੀਨੇ ਰੇਟ ਬੜੇ ਸੋਹਣੇ ਹੋਏ ਤੇ ਲਾਈਫ ਬੜੀ ਸੌਖੀ ਹੋ ਗਈ। 10-10 ਘੰਟੇ ਖਾਣ ਲੱਗ ਗਏ ਮੁੰਡੇ, ਪਰ ਫਿਰ ਲੌਗ ਬੁੱਕਾਂ ਬਦਲਣ ਲੱਗ ਗਏ। ਹੁਣ ਉਹ ਗਲਤੀਆਂ ਸਾਡੀਆਂ ਨੇ, ਹਨਾ। ਉਹਨਾਂ ਤੇ ਅਸੀਂ ਜੇ ਕਹੀਏ ਵੀ ਆਏ ਨਹੀਂ ਆਏ, ਦੇਖੋ ਅੱਜ ਵੀ ਲੌਗ ਬੁੱਕਾਂ ਨੂੰ ਲੈ ਕੇ ਕੰਮ ਸ਼ੁਰੂ ਹੋਇਆ। ਆਖਰੀ ਮੀਟਿੰਗ ਤਾਲੁਕ ਵਿੱਚ ਹੋਈ, ਅਸੀਂ ਇੱਕ ਸਾਡੀ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਨਹੀਂ ਉਹ ਚੋਂ ਕੱਢ ਸਕੇ। ਉਸ ਟਾਈਮ ਸਭ ਆਪੋ ਆਪਣੇ ਖਿੰਡ ਕੇ ਤੁਰ ਗਏ। ਲੋੜ ਹੈ ਸਾਨੂੰ ਯੂਨਾਈਟ ਹੋਣ ਦੀ, ਲੋੜ ਹੈ। ਸਾਡੇ ਕੋਲ ਮੁੱਦੇ ਬਹੁਤ ਨੇ ਲੌਗ ਬੁੱਕ ਚੱਲਦਿਆਂ ਵੀ ਸਾਨੂੰ ਕੁਝ ਨਾ ਕੁਝ FMCSA ਕੋਈ ਕਰਦੀ ਆ, ਐਪਲੀਕੇਸ਼ਨ ਬਿੱਲ ਲੈ ਕੇ ਆਉਂਦੀ ਆ, ਕੋਈ ਕਾਨੂੰਨ ਲੈ ਕੇ ਆਉਂਦੀ ਆ। ਰਮਨ ਭਾਜੀ ਤੁਸੀਂ ਇੱਥੋਂ ਲੋਕਾਂ ਨੂੰ ਅਵੇਅਰ ਕਰਦੇ ਹੋ ਵੀ ਯਾਰ ਜਾ ਕੇ ਕਮ ਸੇ ਕਮ ਸਾਈਨ ਅਪ ਤਾਂ ਕਰ ਦਿਓ, ਤੁਸੀਂ ਆਪਣਾ ਪੁਆਇੰਟ ਆਫ ਵਿਊ ਤਾਂ ਦਿਓ, ਸਾਨੂੰ ਪਤਾ ਲੱਗੇ ਵੀ ਕਮਿਊਨਿਟੀ ਇਹ ਵੀ ਹੈ। ਉਦੋਂ ਤਾਂ ਕੋਈ ਸੁਣਦਾ ਨਹੀਂ। ਹੁਣ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਪ੍ਰੋਟੈਸਟ ਦਾ ਕਾਰਨ ਜੋ ਲੱਭਣਾ, ਪਹਿਲਾਂ ਤਾਂ ਡਿਮਾਂਡ ਐਂਡ ਸਪਲਾਈ, ਤੁਸੀਂ ਵਾਰ-ਵਾਰ ਹਰ ਵਾਰੀ ਵੀ ਗੱਲ ਕਰਦੇ ਹੋ। ਅੱਜ ਵੀ ਰਾਜਕਰਨ ਵੀਰ ਨੇ ਡਿਮਾਂਡ ਐਂਡ ਸਪਲਾਈ ਦੀ ਗੱਲ ਰੱਖੀ ਹੈ। ਜਦੋਂ ਡਿਮਾਂਡ ਹੀ ਮਾਰਕੀਟ ਖਤਮ ਹੋਊਗੀ, ਸਪਲਾਈ ਕਿਹਨੇ ਲੈ ਕੇ ਆਉਣੀ ਹੈ? ਸਪਲਾਈ ਅਸੀਂ ਵੀ ਲੈ ਕੇ ਆਉਂਦੇ ਹਾਂ, ਟਰੱਕਾਂ ਵਾਲੇ। ਸਪਲਾਈ ਘੱਟ ਗਈ। ਦੂਜੇ ਨੰਬਰ ਤੇ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਵੀ ਸਲੀਨਸ ਏਰੀਆ ਲੇਟ ਚੱਲਿਆ। ਮੈਂ ਚੈਰੀ ਦਾ ਟਰੱਕ ਪਿਛਲੇ ਵੀ ਚੱਕ ਕੇ ਲਿਆਇਆ, ਉਹ ਕਹਿੰਦੇ ਵੀ 28 ਦਿਨ ਲੇਟ ਅਸੀਂ ਚੈਰੀ ਸਾਡੇ ਪਹਿਲੇ ਦਿਨ 28 ਦਿਨ ਜੋ ਰੈਗੂਲਰ ਉਹਨਾਂ ਦੇ ਆਉਣ ਦਾ ਸਕੈਜੂਲ ਸੀ ਨਾ, ਲੇਟ ਟੂ ਲੇਟ, ਉਸ ਤੋਂ ਵੀ ਇਸ ਸਾਲ 28 ਦਿਨ ਲੇਟ ਆਈ ਆ, ਲੇਟ ਟੂ ਲੇਟ ਵਾਲੇ ਨੂੰ, ਹਨਾ। ਸੋ 1 ਮਹੀਨਾ ਮੰਨ ਲਓ, ਇਹ 28 ਦਿਨਾਂ ਦਾ 1 ਮਹੀਨਾ ਇਹ ਲੰਮਾ ਪੈ ਗਿਆ। ਉੱਪਰ ਦੀ ਪ੍ਰੋਡਕਟ ਹੈ ਨੀ ਗਾ ਪੂਰਾ। ਤੇ ਇੱਕ ਵੀਰ ਤੋਂ ਸੁਣਨ ਚ ਆਇਆ ਸੀ ਵੀ 25,000 ਏਰੀਆ ਫਲੱਡਿੰਗ ਦੇ ਨਾਲ ਉਹਦੇ ਵਿੱਚ ਕੋਈ ਕੈਮੀਕਲ ਰਲ ਗਿਆ। ਸਲੀਨਸ ਏਰੀਆ ਉਹਨਾਂ ਨੇ 1 ਸਾਲ ਲਈ ਸੀਲ ਕਰਤਾ ਵੀ ਇਹਦੀ ਜਾਂਚ ਹੋਊ, ਕੈਮੀਕਲ ਦੇਖੇ ਜਾਣਗੇ ਕੀ ਆ ਕੀ ਨਹੀਂ, ਬੀਜ ਨਹੀਂ ਸਕਦੇ। ਸੋ ਇਹ ਕਾਫੀ ਵੱਡੇ ਕਾਰਨ ਨੇ ਜਿਹਦੇ ਵਿੱਚ ਇੱਕ ਇਕੋਨਮੀ ਕਾਰਨ ਇਹ ਹੋਣਾ ਹੀ ਸੀ। ਪਰ ਇੱਕ ਮੈਂ ਜ਼ਰੂਰ ਇਹ ਬੇਨਤੀ ਕਰਦਾ ਤੁਹਾਡੇ ਰਾਹੀਂ, ਜਿੰਨੇ ਵੀ ਵੀਰ ਪੰਜਾਬੀ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਨੇ, ਕਮ ਸੇ ਕਮ ਇੱਕ ਚੀਜ਼ ਤਾਂ ਅਸੀਂ ਕਰ ਸਕਦੇ ਹਾਂ ਨਾ, ਜਦੋਂ ਡਰਾਈਵਰ ਆ ਕੇ ਪੁੱਛਦਾ 2 ਲੌਗ ਬੁੱਕਾਂ ਦਊਂਗੇ, ਸਾਫ਼ ਜਵਾਬ ਦਿਓ। ਸਹੀ ਗੱਲ ਯਾਰ, ਜਦੋਂ ਅਸੀਂ ਰੱਖਦੇ ਹਾਂ ਜਾਂ ਲੌਗ ਬੁੱਕ ਜਾਂ ਡਰਾਈਵਰ ਨੂੰ, ਜੇ ਕੰਪਨੀ ਕਹਿੰਦੀ ਹੈ ਡਰਾਈਵਰ ਨੂੰ ਦੀਨਾ ਨਹੀਂ ਵੀ ਤੇਰੀ ਮੌਤ ਦਾ ਕਾਰਨ ਹੈ ਇਹ, ਪੈਸਾ ਤਾਂ ਉਹੀ ਬੜਾ ਸੋਹਣਾ ਬਣ ਰਿਹਾ। ਸੋ ਇਹ ਚੀਜ਼ਾਂ ਗਲਤੀਆਂ ਸਾਡੀਆਂ ਨੇ, ਜਿਨ੍ਹਾਂ ਨੂੰ ਸੁਧਾਰਨ ਲਈ ਸਾਨੂੰ ਯੂਨਾਈਟ ਹੋਣ ਦੀ ਲੋੜ ਆ, ਇੱਕੋ ਝੰਡੇ ਥੱਲੇ ਆਉਣ ਦੀ ਲੋੜ ਆ ਸਾਡੀ। ਉਦੋਂ ਬਾਅਦ ਰਮਨ ਭਾਜੀ ਨੇ ਟਰੱਕਿੰਗ ਐਸੋਸੀਏਸ਼ਨ ਬਣਾਈ ਹੈ, ਇਹਨਾਂ ਨਾਲ ਬਹਿ ਜਾਓ, ਬਹਿ ਕੇ ਇਹਨਾਂ ਨੂੰ ਆਪਾਂ ਪੁੱਛੀਏ ਵੀ ਦੱਸੋ ਜੀ ਤੁਹਾਡੇ ਕੀ ਪ੍ਰੋਜੈਕਟ ਨੇ, ਜਾਂ ਸਾਡੇ ਸੁਝਾਅ ਸੀ ਇਹਨਾਂ ਤੱਕ ਰੱਖੀਏ, ਬੈਠ ਕੇ ਆਪਾਂ ਡਿਸੀਜਨ ਲਈਏ ਕੁਛ ਨਾ ਕੁਛ। ਜਦੋਂ ਇਕੱਠ ਦੀ ਗੱਲ ਆ, ਉਹਨਾਂ ਪਿਛਲੇ ਦਿਨੀ ਆਪਣੇ ਟਰੱਕਿੰਗ ਸ਼ੋਅ ਹੋਇਆ ਵਾ, ਇੱਥੇ ਲੋਕ ਮੁੰਡੇ ਆਏ ਆ, ਮੇਰੇ ਨਾਲ ਉਹਨਾਂ ਦੀ ਨਾਰਾਜ਼ਗੀ ਹੋਈ ਆ ਵੀ ਜੀ ਤੁਸੀਂ ਸਾਡੇ ਖਿਲਾਫ ਬੋਲਦੇ। ਮੈਂ ਕਿਹਾ ਭਾਈ ਬੱਚਿਓ, ਮੈਂ ਤੁਹਾਡੇ ਖਿਲਾਫ ਨਹੀਂ ਬੋਲਦਾ, ਮੈਂ ਸਿਰਫ ਇਹ ਕਹਿਣਾ ਪਹਿਲਾਂ ਬੈਠ ਕੇ ਮੀਟਿੰਗਾਂ ਕਰੋ, ਮੀਟਿੰਗਾਂ 'ਚ ਵਿਚਾਰੋ। ਮੀਟਿੰਗਾਂ ਕਰਦੇ ਨਹੀਂ, ਅਸੀਂ ਟਰੱਕ ਲੈ ਕੇ ਭੱਜ ਲੈਂਦੇ ਹਾਂ, ਉਹਦੇ ਨਾਲ ਕੀ ਕਰ ਲੈਂਦੇ ਹਾਂ?
ਹੱਲ ਤਾਂ ਭਾਜੀ ਕਾਨੂੰਨੀ ਲੜਾਈ ਗੱਲਬਾਤ ਨਾਲ ਨਿਕਲਣੇ ਨੇ। ਹੱਲ ਤਾਂ ਅਸੀਂ ਲੱਖਾਂ ਬੰਦਾ ਜਾ ਕੇ ਉੱਥੇ ਬਾਰਡਰ ਤੇ ਬਿਠਾਤਾ, ਪਰ ਗੱਲ ਤਾਂ ਅੰਦਰ ਬੈਠ ਕੇ ਕਰਨ ਵਾਲਿਆਂ ਨੇ ਸਿਰੇ ਲਾਉਣੀ ਹੁੰਦੀ ਆ ਨਾ। ਉਹ ਤਾਂ ਇੱਕ ਪ੍ਰੋਟੈਸਟ ਦਾ ਇੱਕ ਸਾਧਨ ਨਾਲ ਦਿਖਾਵਾ ਕਰਨਾ, ਉਹ ਲੋੜ ਪੈਂਦੀ ਆ ਕਰ ਲਾਂਗੇ, ਪਰ ਉਦੋਂ ਪਹਿਲਾਂ ਇੱਕ ਟੀਮ ਤਾਂ ਅਸੀਂ ਬਿਲਡ ਕਰੀਏ ਵੀ ਟੀਮ ਸਾਡੀ ਆਹ ਸਾਡੇ ਮੁੱਦੇ ਅੱਗੇ FMCSA ਤੱਕ ਜਾਂ ਗਵਰਨਮੈਂਟ ਤੇ ਸਾਡੀ ਲੌਬੀ ਨਾਲ ਅਸੀਂ ਗੱਲ ਕਿਵੇਂ ਕਰਨੀ ਆ, ਸਾਨੂੰ ਕਿੱਦਾਂ ਦੇ ਬੰਦੇ ਹਾਇਰ ਕਰਨੇ ਪੈਣੇ ਆ ਲੌਬੀ ਨਾਲ ਗੱਲ ਕਰਨ ਲਈ। ਅਸੀਂ ਯਾਰ ਅਨਪੜ੍ਹ ਜੇ ਬੰਦੇ ਆ, ਕਹਿ ਲਓ ਇੱਕ ਪਿੰਡ ਵਾਲੇ ਆ ਕੇ ਥੋੜੀ ਨਾਰਮਲ BA ਕਿਸੇ ਨੇ ਕਰ ਲਈ, ਮਾਸਟਰ ਡਿਗਰੀ, ਉਹਨਾਂ ਦੀ ਵੈਲਿਊ ਨਹੀਂ ਬਣਨੀ ਉਸ ਜਗ੍ਹਾ। ਅਸਲ ਕਹਾਣੀ ਜਾ ਕੇ ਤੁਹਾਨੂੰ ਲਾ ਫਰਮਾਂ ਹਾਇਰ ਕਰਨੀਆਂ ਪੈਣੀਆਂ ਨੇ, ਤੁਹਾਨੂੰ ਲੌਬੀ ਨਾਲ ਕਿੱਦਾਂ ਗੱਲ ਕਰਨੀ ਆ ਤੁਸੀਂ ਨਹੀਂ ਕਰ ਸਕਦੇ। ਉਹ ਤਾਂ ਜੀ ਆਪਾਂ ਕਾਨੂੰਨੀ ਲੜਾਈ, ਆਪਾਂ ਵਕੀਲ, ਆਪਾਂ ਨੂੰ ਸਾਰੇ ਆਪਣੇ ਕੋਲ ਕਤਲ ਕੇਸ ਹੋ ਜਾਂਦਾ, ਕੋਈ ਐਕਸੀਡੈਂਟ, ਸਾਨੂੰ ਪੂਰੀ ਜਾਣਕਾਰੀ ਹੁੰਦੀ ਆ, ਪਰ ਕੋਰਟ ਦੇ ਵਿੱਚ ਜਾ ਕੇ ਸਾਨੂੰ ਫੇਰ ਵੀ ਵਧੀਆ ਵਕੀਲ ਲੱਭ ਕੇ ਹਾਰ ਕਰਨਾ ਪੈਂਦਾ ਵੀ ਇਸ ਨੇ ਥੋੜੇ ਟਾਈਮ ਦੇ ਵਿੱਚ ਵਧੀਆ ਗੱਲ ਕਿੱਦਾਂ ਰੱਖਣੀ ਆ, ਕਾਨੂੰਨ ਦੀ ਲੜਾਈ ਕਿੱਦਾਂ ਲੜਨੀ ਆ, ਇਹਨੂੰ ਪਤਾ। ਸਾਨੂੰ ਟਰੱਕ ਚਲਾਉਣੇ ਨਹੀਂ ਹਲੇ ਚੱਜ ਨਾਲ ਆਏ। ਸੋ ਇਹਦੇ ਵਿੱਚ ਸਾਡੇ ਕੁਝ ਸਕੂਲਾਂ ਨੇ। ਥੈਂਕ ਯੂ ਜਗਰੂਪ ਜੀ, ਥੈਂਕ ਯੂ। ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ ਕਿਉਂਕਿ ਆਪਣੇ ਹੋਰ ਕਾਲਰ ਵੀ ਬਥੇਰੇ ਲਾਈਨ ਤੇ ਆ। ਥੈਂਕ ਯੂ। ਕੋਈ ਗੱਲ ਨਹੀਂ। ਸੋ ਬਿਲਕੁਲ ਜਿਸ ਤਰ੍ਹਾਂ ਭਾਜੀ ਨੂੰ ਦੱਸ ਕੇ ਗਿਆ, ਜਿਹੜਾ ਸਲੀਨਸ ਵਾਲਾ ਏਰੀਆ ਨੇ ਵੈਲੀ ਹੈ, ਨਾਈਟ੍ਰੇਟ ਕੰਟੈਮੀਨੇਸ਼ਨ ਉੱਥੇ ਹੋਈ ਹੈਗੀ ਆ ਕਾਫੀ। ਸੋ ਉਹਦੇ ਤੇ UC ਡੇਵਿਸ ਕਾਫੀ ਸਟੱਡੀ ਕਰ ਰਹੀ ਹੈ ਇਸ ਟਾਈਮ ਤੇ। ਜੀ।